ਅੱਜ ਅਸੀਂ MA ਪੰਜਾਬੀ ਭਾਗ ਪਹਿਲਾ ਸਮੈਸਟਰ ਦੂਜਾ ਦੇ ਪਰਚੇ ਮੱਧਕਾਲੀ ਪੰਜਾਬੀ ਕਾਵਿ ਦੇ ਵਿੱਚ ਆਉਂਦੇ ਸਵਾਲ ਚੰਡੀ ਦੀ ਵਾਰ ਲਿਖਣ ਦਾ ਉਦੇਸ਼ ਕੀ ਸੀ ਉਸ ਬਾਰੇ ਚਰਚਾ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਵਾਸੀਆਂ ਦੀ ਸਥਿਤੀ ਬੜੀ ਤਰਸਯੋਗ ਸੀ। ਹਰ ਪਾਸੇ ਇਸਲਾਮ ਧਰਮ ਨੂੰ ਗ੍ਰਹਿਣ ਕਰਨ ਜਾਂ ਜਜ਼ੀਆ ਦੇਣ ਜਾਂ ਮੌਤ ਕਬੂਲ ਕਰਨ ਦਾ ਭਿਆਨਕ ਵਾਤਾਵਰਨ ਪਸਰਿਆ ਹੋਇਆ ਸੀ। ਹਿੰਦੂ ਜਨਤਾ ਦਾ ਸਵੈਮਾਣ ਤੇ ਗੌਰਵ ਮਿਟ ਚੁੱਕਾ ਸੀ। ਉਹਨਾਂ ਦੇ ਮੰਦਰ ਉਹਨਾਂ ਦੀਆਂ ਅੱਖਾਂ ਸਾਹਮਣੇ ਢਾਹੇ ਜਾ ਰਹੇ ਸਨ। ਹਿੰਦੂ ਧਰਮ ਵਰਗਾਂ ਵਿੱਚ ਵੰਡਿਆ ਹੋਣ ਕਰਕੇ ਉਹਨਾਂ ਦੀ ਏਕਤਾ ਦੀ ਭਾਵਨਾ ਮਿਟ ਚੁੱਕੀ ਸੀ। ਬੀਰਤਾ ਦਾ ਜਜ਼ਬਾ ਬਿਲਕੁਲ ਠੰਡਾ ਹੋ ਚੁੱਕਾ ਸੀ। ਡਾਕਟਰ ਜੈ ਰਾਮ ਅਨੁਸਾਰ ਉਸ ਸਮੇਂ ਦੀ ਰਾਜਨੀਤਿਕ ਸਥਿਤੀ ਦੀ ਭਿਆਨਕਤਾ, ਸਮਾਜਿਕ ਅਵਸਥਾ ਦੀ ਅਸੰਤੁਲਨਤਾ ਤੇ ਧਾਰਮਿਕ ਪਖੰਡਤਾ ਤੇ ਕੁਰੀਤੀਆਂ ਕਰਕੇ ਦੇਸ਼ ਬੜੀ ਮਾੜੀ ਹਾਲਤ ਵਿੱਚ ਸੀ। ਸ਼ਾਸਕਾਂ ਵਿੱਚ ਅਭਿਮਾਨ ਦੀ ਪ੍ਰਧਾਨਤਾ ਸੀ। ਹਿੰਦੂ ਆਪਣੀ ਸੂਰਬੀਰਤਾ, ਜਾਤੀ ਅਭਿਮਾਨ ਤੇ ਅਣਖ ਗੁਆ ਬੈਠੇ ਸਨ। ਚੰਡੀ ਦੀ ਵਾਰ ਦੀ ਰਚਨਾ ਗੁਰੂ ਗੋਬਿੰਦ ਸਿੰਘ ਨੇ ਉਸ ਸਮੇਂ ਕੀਤੀ ਜਦੋਂ ਭਾਰਤੀ ਜਨਤਾ ਦੀ ਹਾਲਤ ਬਹੁਤ ਨਿੱਘਰ ਚੁੱਕੀ ਸੀ। ਉਸ ਨੂੰ ਨਾ ਸਮਾਜਿਕ ਸੁਤੰਤਰਤਾ ਸੀ, ਨਾ ਹੀ ਮਜ਼ਹਬੀ ਹੱਕ ਪ੍ਰਾਪਤ ਸਨ ਅਤੇ ਨਾ ਹੀ ਮਾਨਸਿਕ ਸ਼ਾਂਤੀ ਪ੍ਰਾਪਤ ਸੀ। ਭਾਵੇਂ ਇਸ ਰਾਜਨੀਤਿਕ ਜ਼ਬਰ ਜ਼ੁਲਮ ਵਿਰੁੱਧ ਗੁਰੂ ਨਾਨਕ ਦੇਵ ਜੀ ਨੇ ਵੀ ਆਵਾਜ਼ ਉਠਾਈ ਸੀ। ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਵੀ ਸ਼ਹੀਦੀਆਂ ਦਿੱਤੀਆਂ, ਪਰ ਇਹ ਜ਼ੁਲਮ ਨਾ ਘਟਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ ਸੀ ਕਿ ਜ਼ੁਲਮ ਸ਼ਾਂਤੀ ਨਾਲ ਨਹੀਂ ਸਗੋਂ ਸ਼ਕਤੀ ਨਾਲ ਰੋਕਿਆ ਜਾ ਸਕਦਾ ਹੈ। ਇਸ ਲਈ ਉਹਨਾਂ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਤੇ ਇਸ ਦਾ ਵਿਸ਼ਾ ਮਾਰਕੰਡੇ ਪੁਰਾਣ ਦੇ ਇੱਕ ਕਾਂਡ ਤੋਂ ਲਿਆ। ਗੁਰੂ ਜੀ ਨੇ ਚੰਡੀ ਦੀ ਵਾਰ ਨੂੰ ਬ੍ਰਜ ਭਾਸ਼ਾ ਵਿੱਚ ਤੇ ਨਿਰੋਲ ਪੰਜਾਬੀ ਭਾਸ਼ਾ ਵਿੱਚ ਸਾਡੇ ਰੂਬਰੂ ਕਰਵਾਇਆ, ਜਿਸ ਨੇ ਸਮੁੱਚੇ ਸਿੱਖ ਸਮਾਜ ਨੂੰ ਯੁੱਧ ਦਾ ਪ੍ਰਤੀਕ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਗੁਰੂ ਜੀ ਦਾ ਚੰਡੀ ਦੀ ਵਾਰ ਲਿਖਣ ਦਾ ਮੰਤਵ ਕਾਇਰਾਂ ਨੂੰ ਸੂਰਬੀਰ ਅਤੇ ਯੋਧੇ ਬਣਾਉਣਾ ਸੀ। ਗੁਰੂ ਜੀ ਦਾ ਇਹ ਵਾਰ ਰਚਣ ਦਾ ਮਨੋਰਥ ਇਹ ਸੀ ਕਿ ਇਸ ਨੂੰ ਪੜ੍ਹ ਕੇ ਆਮ ਲੋਕਾਂ ਵਿੱਚ ਵੀਰਤਾ ਭਰ ਜਾਏ। ਇਸ ਲਈ ਉਹਨਾਂ ਨੇ ਇਸ ਵਿੱਚ ਯੁੱਧਾਂ ਦਾ ਵਰਣਨ ਕਰਨ ਲੱਗਿਆਂ ਸ਼ਬਦਾਵਲੀ ਐਸੀ ਜ਼ੋਰਦਾਰ ਵਰਤੀ ਹੈ ਜਿਸ ਨੂੰ ਪੜ੍ਹ ਕੇ ਕਾਇਰ ਦਾ ਖੂਨ ਵੀ ਖੌਲਣ ਲੱਗ ਜਾਂਦਾ ਹੈ। ਉਹ ਦੂਸਰਿਆਂ ਦੇ ਹੱਕਾਂ ਦੀ ਰਾਖੀ ਲਈ ਜਾਨਾਂ ਵਾਰਨ ਲਈ ਤਿਆਰ ਹੋ ਜਾਂਦਾ ਹੈ। ਗੁਰੂ ਜੀ ਨੇ ਇਸ ਵਾਰ ਦਾ ਵਿਸ਼ਾ ਮਾਰਕੰਡੇ ਪੁਰਾਣ ਵਿੱਚੋਂ ਲਿਆ ਹੈ ਤੇ ਦੱਸਿਆ ਹੈ ਕਿ ਅਭਿਮਾਨ ਦੇਵਤਿਆਂ ਨੂੰ ਆਪਣੇ ਕਰਤੱਵ ਭੁਲਾ ਦਿੰਦਾ ਹੈ ਅਤੇ ਉਹਨਾਂ ਦਾ ਹੰਕਾਰ ਤੋੜਨ ਲਈ ਅਕਾਲ ਪੁਰਖ ਦੈਂਤਾਂ ਨੂੰ ਪੈਦਾ ਕਰ ਦਿੰਦਾ ਹੈ। ਅਭਿਮਾਨ ਉਤਾਰਨ ਦੇਵਤਿਆਂ ਮਹਿਕਾਸੁਰ ਸੁੰਭ ਉਪਾਇਆ। ਗੁਰੂ ਜੀ ਨੇ ਇਸ ਵਾਰ ਵਿੱਚ ਇਸਤਰੀ ਨੂੰ ਨਾਇਕ ਦੇ ਰੂਪ ਵਿੱਚ ਲਿਆ ਹੈ। ਉਸ ਸਮੇਂ ਲੋਕਾਂ ਵਿੱਚ ਇਸਤਰੀ ਲਈ ਸਤਿਕਾਰ ਦੀ ਭਾਵਨਾ ਨਹੀਂ ਸੀ। ਗੋਰਖ ਤੇ ਤੁਲਸੀ ਆਦਿ ਕਵੀਆਂ ਨੇ ਇਸਤਰੀ ਜਾਤੀ ਨੂੰ ਨਿੰਦਿਆ ਤੇ ਇਸਤਰੀ ਨੂੰ ਮੋਕਸ਼ ਪ੍ਰਾਪਤੀ ਦੇ ਰਸਤੇ 'ਚ ਰੋੜਾ ਸਿੱਧ ਕੀਤਾ। ਉਸ ਨੂੰ ਭੋਗ ਵਿਲਾਸ ਦੀ ਵਸਤੂ ਹੀ ਸਮਝਿਆ ਸੀ। ਪਰ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਕਹਿ ਕੇ ਸਮਾਜ ਵਿੱਚ ਇਸਤਰੀ ਦਾ ਸਤਿਕਾਰ ਵਧਾਇਆ। 10ਵੇਂ ਗੁਰੂ ਜੀ ਨੇ ਚੰਡੀ ਦੀ ਵਾਰ ਵਿੱਚ ਇਸਤਰੀ ਨੂੰ ਸੂਰਬੀਰਤਾ ਦਾ ਚਿੰਨ੍ਹ ਸਿੱਧ ਕਰਨ ਲਈ ਦੇਵਤਿਆਂ ਨੂੰ ਦੁਰਗਾ ਦੇਵੀ ਦੀ ਸ਼ਰਨ ਲੈਂਦਿਆਂ ਦਿਖਾਇਆ ਹੈ। ਇੱਥੇ ਇਹ ਦਿਖਾਇਆ ਗਿਆ ਹੈ ਕਿ ਇਸਤਰੀ ਕੇਵਲ ਆਪਣੀ ਹੀ ਰੱਖਿਆ ਨਹੀਂ ਸਗੋਂ ਸ਼ਰਨ ਆਇਆਂ ਦੇਵਤਿਆਂ ਦੀ ਰੱਖਿਆ ਵੀ ਕਰਦੀ ਹੈ। ਉਹ ਯੁੱਧ ਵਿੱਚ ਤਲਵਾਰ ਚੰਗੀ ਤਰ੍ਹਾਂ ਚਲਾ ਸਕਦੀ ਹੈ, ਵੱਡੇ ਵੱਡੇ ਦੈਂਤਾਂ ਨੂੰ ਮਾਰ ਮੁਕਾ ਸਕਦੀ ਹੈ। ਇਸ ਤਰ੍ਹਾਂ ਦੇਵਤਿਆਂ ਨੂੰ ਰਾਜ ਵਾਪਸ ਦਵਾ ਕੇ ਸਮਾਜ ਵਿੱਚ ਇਸਤਰੀ ਨੂੰ ਉੱਚਾ ਪੂਜਨਿਕ ਸਥਾਨ ਦਿਵਾਉਣ ਦੀ ਅਧਿਕਾਰੀ ਬਣਾਇਆ ਹੈ ਤਾਂ ਜੋ ਉਸ ਦੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਇਆ ਜਾਵੇ। ਉਸ ਵਿੱਚ ਇਹ ਅਹਿਸਾਸ ਪੈਦਾ ਕੀਤਾ ਜਾਵੇ ਕਿ ਉਹ ਕੇਵਲ ਘਰ ਦਾ ਸ਼ਿੰਗਾਰ ਹੀ ਨਹੀਂ, ਉਸ ਦਾ ਕੰਮ ਮਰਦ ਨੂੰ ਖੁਸ਼ ਰੱਖਣਾ ਤੇ ਬੱਚੇ ਪਾਲਣਾ ਹੀ ਨਹੀਂ, ਸਗੋਂ ਉਹ ਦੇਸ਼ ਤੇ ਕੌਮ ਪ੍ਰਤੀ ਆਪਣੇ ਫਰਜ਼ ਨੂੰ ਪਛਾਣੇ ਤੇ ਦੁਰਗਾ ਵਾਂਗ ਆਪਣੇ ਹੱਕਾਂ ਦੀ ਰਾਖੀ ਲਈ ਲੜੇ।
ਗੁਰੂ ਜੀ ਨੇ ਇਸ ਮਨੋਰਥ ਨੂੰ ਪੂਰਾ ਕਰਨ ਲਈ ਦੁਰਗਾ ਦੇਵੀ ਨੂੰ ਇਸ ਕਵਿਤਾ ਵਿੱਚ ਪੇਸ਼ ਕਰਕੇ ਔਰਤਾਂ ਨੂੰ ਇੱਕ ਨਵਾਂ ਰੂਪ ਦਿੱਤਾ। ਇਸ ਵਾਰ ਦਾ ਮਨੋਰਥ ਨੇਕੀ ਵਿੱਚ ਵਿਸ਼ਵਾਸ ਦ੍ਰਿੜ ਕਰਵਾਉਣਾ ਹੈ ਅਤੇ ਬਦੀ ਦੇ ਪ੍ਰਤੀ ਘਿਰਣਾ ਉਪਜਾਉਣਾ ਹੈ। ਉਹਨਾਂ ਨੇ ਆਪਣੇ ਇਸ ਵਿਚਾਰ ਨੂੰ ਚੰਡੀ ਦੀ ਵਾਰ ਵਿੱਚ ਇੰਜ ਲਿਖਿਆ ਹੈ: ਤੈਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਵਾਇਆ। ਸਮੁੱਚੀ ਕੌਮ ਦੀ ਨਿੱਘਰ ਰਹੀ ਸਥਿਤੀ ਨੂੰ ਦੇਖ ਕੇ, ਉਸ ਸਮੇਂ ਦੀ ਦੁਰਦਸ਼ਾ ਦਾ ਅਨੁਭਵ ਕਰਕੇ ਕੌਮ ਦੀ ਸੁੱਤੀ ਅਣਖ ਨੂੰ ਜਗਾਉਣ ਤੇ ਕੌਮ ਨੂੰ ਸੰਗਠਿਤ ਕਰਨ ਲਈ ਚੰਡੀ ਦੀ ਵਾਰ ਲਿਖੀ ਗਈ। ਇਸ ਦੇ ਟਾਕਰੇ ਤੇ ਹੋਰ ਵਾਰਾਂ ਵੀ ਲਿਖੀਆਂ ਗਈਆਂ। ਉਹ ਅਜਿਹੇ ਕਵੀਆਂ ਦੀਆਂ ਵਾਰਾਂ ਸਨ ਜੋ ਕਿਸੇ ਰਾਜੇ ਦਾ ਜਸ ਗਾ ਰਹੇ ਸਨ ਤੇ ਵੱਡੇ ਵੱਡੇ ਇਨਾਮ ਪ੍ਰਾਪਤ ਕਰ ਰਹੇ ਸਨ। ਇਸ ਲਈ ਉਹ ਨਾਇਕਾਂ ਦੀ ਪ੍ਰਸ਼ੰਸਾ ਵਿੱਚ ਕਾਫੀ ਝੂਠ ਬੋਲਦੇ ਸਨ ਜੋ ਬਹੁਤੀਆਂ ਪ੍ਰਭਾਵਸ਼ਾਲੀ ਨਹੀਂ ਬਣ ਸਕੀਆਂ। ਪਰੰਤੂ ਚੰਡੀ ਦੀ ਵਾਰ ਦਾ ਉਦੇਸ਼ ਕਿਸੇ ਇੱਕ ਰਾਜੇ ਦੀ ਪ੍ਰਸ਼ੰਸਾ ਕਰਨਾ ਨਹੀਂ ਸੀ, ਸਗੋਂ ਇਸ ਦਾ ਉਦੇਸ਼ ਤਾਂ ਸਰਵ ਉੱਤਮ ਸੀ। ਇਸ ਕਾਰਨ ਇਸ ਦੀ ਮਹੱਤਤਾ ਹੋਰਨਾਂ ਨਾਲੋਂ ਵੱਧ ਗਈ। ਇਸ ਸੂਰਬੀਰਤਾ ਭਰਪੂਰ ਵਾਰ ਵਿੱਚ ਅਨੇਕਾਂ ਭਿਆਨਕ ਯੁੱਧ ਦਿਖਾਏ ਹਨ। ਦੁਰਗਾ ਨੂੰ ਇਕੱਲਿਆਂ ਲੜਦਿਆਂ ਦਿਖਾਇਆ ਗਿਆ ਹੈ। ਇਸ ਕਥਾ ਰਾਹੀਂ ਕੌਮ ਨੂੰ, ਇੱਕ ਮਨੁੱਖ ਨੂੰ ਲੱਖਾਂ ਵੈਰੀਆਂ ਦੇ ਮੁਕਾਬਲੇ ਖੜਾ ਕਰਨ ਦਾ ਸਫਲ ਯਤਨ ਕੀਤਾ ਗਿਆ ਹੈ। ਦੁਰਗਾ ਦੇਵੀ ਦੁਸ਼ਮਣਾਂ ਦੀ ਇੰਨੀ ਵੱਡੀ ਗਿਣਤੀ ਨੂੰ ਦੇਖ ਕੇ ਰੋਹ ਤੇ ਗੁੱਸੇ ਵਿੱਚ ਆਉਂਦੀ ਹੈ। ਉਹ ਉਹਨਾਂ ਤੋਂ ਨਹੀਂ ਡਰਦੀ, ਸਗੋਂ ਇਕੱਲੀ ਵੱਡੇ ਵੱਡੇ ਰਾਖਸ਼ਾਂ ਨੂੰ ਭਾਜੜਾਂ ਪਾਉਂਦੀ ਹੈ। ਜਿਵੇਂ ਘੇਰ ਲਈ ਵਰਿਆਮੀ ਦੁਰਗਾ ਆਏ ਕੇ, ਰਾਕਸ਼ ਵੱਡੇ ਅਲਾਮੀ ਭੱਜ ਨਾ ਜਾਣ ਦੇ, ਅੰਤ ਹੋਏ ਸੁਰਗਾਮੀ ਮਾਰੇ ਦੇਵਤਾ। ਚੰਡੀ ਦੀ ਵਾਰ ਰਚ ਕੇ ਗੁਰੂ ਸਾਹਿਬ ਨੇ ਸਾਨੂੰ ਪੁਰਾਣੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਹੈ। ਉਸ ਸਮੇਂ ਪੁਰਾਣਾ ਰਾਮਾਇਣ ਤੇ ਮਹਾਭਾਰਤ ਆਦਿ ਦਾ ਪਾਠ ਕੇਵਲ ਦਿਖਾਵੇ ਕਰਕੇ ਹੀ ਕੀਤਾ ਜਾਂਦਾ ਸੀ। ਆਮ ਲੋਕ ਇਹਨਾਂ ਗ੍ਰੰਥਾਂ ਵਿਚਲੀਆਂ ਸਿੱਖਿਆਵਾਂ ਤੋਂ ਅਣਜਾਣ ਸਨ। ਉਹ ਸਮਝਦੇ ਸਨ ਕਿ ਅਸਲੀ ਜੀਵਨ ਤੋਂ ਬਿਨਾਂ ਕੇਵਲ ਪਾਠ ਮਾਤਰ ਰਾਹੀਂ ਸ਼ਾਇਦ ਉਹਨਾਂ ਨੂੰ ਸ਼ਕਤੀ ਮਿਲ ਜਾਵੇਗੀ। ਚੰਡੀ ਦੀ ਵਾਰ ਰਚ ਕੇ ਗੁਰੂ ਜੀ ਨੇ ਇਹ ਸਿੱਧ ਕੀਤਾ ਹੈ ਕਿ ਚੰਗਾ ਮਨੁੱਖ ਵੀ ਜਦੋਂ ਅਭਿਮਾਨੀ ਹੋ ਜਾਂਦਾ ਹੈ ਤਾਂ ਉਸ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਦੇਵਤਿਆਂ ਨੇ ਅਭਿਮਾਨ ਵਿੱਚ ਆਪਣੇ ਕਰਤੱਵ ਨੂੰ ਭੁੱਲ ਕੇ ਆਪਣੇ ਆਪ ਨੂੰ ਰੱਬ ਸਮਝਣਾ ਸ਼ੁਰੂ ਕੀਤਾ ਤਾਂ ਉਦੋਂ ਹੀ ਉਹਨਾਂ ਦਾ ਅਭਿਮਾਨ ਤੋੜਨ ਲਈ ਦੈਂਤ ਪੈਦਾ ਕੀਤੇ ਗਏ। ਚੰਡੀ ਦੀ ਵਾਰ 'ਚ ਕਿਹਾ ਗਿਆ ਹੈ: ਅਭਿਮਾਨ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ। ਜਦੋਂ ਦਾਨਵ ਵੀ ਜ਼ਾਲਮ ਹੋ ਗਏ ਤੇ ਅਤਿਆਚਾਰ ਕਰਨ ਲੱਗ ਪਏ ਤਾਂ ਪ੍ਰਭੂ ਨੂੰ ਸੰਸਾਰ ਵਿੱਚ ਇੱਕ ਅਜਿਹੀ ਸ਼ਕਤੀ ਭੇਜਣੀ ਪਈ ਜੋ ਦੁਸ਼ਟਾਂ ਦਾ ਨਾਸ਼ ਕਰੇ। ਉਹ ਦੁਰਗਾ ਦੇ ਰੂਪ ਵਿੱਚ ਸੀ। ਇਸ ਤਰ੍ਹਾਂ ਦੇਵਤਿਆਂ ਵਾਂਗ ਚੰਗੇ ਮਨੁੱਖਾਂ ਨੂੰ ਹੀ ਆਪਣੇ ਅਭਿਮਾਨ ਦਾ ਤਿਆਗ ਕਰਕੇ ਆਪਣੇ ਕਰਤੱਵ ਦਾ ਪਾਲਣ ਕਰਨ ਲਈ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਚੰਡੀ ਦੀ ਵਾਰ ਵਿੱਚ ਨੇਕੀ ਦੀ ਬਦੀ ਤੇ ਵਿਜੇ ਪ੍ਰਾਪਤ ਕਰਨ ਨੂੰ ਮਨੋਰਥ ਵਜੋਂ ਲਿਆ ਗਿਆ ਹੈ। ਸੰਸਾਰ ਦੇ ਆਰੰਭ ਤੋਂ ਹੀ ਨੇਕੀ ਤੇ ਬਦੀ ਦੇ ਧੜੇ ਚੱਲੇ ਆ ਰਹੇ ਹਨ। ਪਹਿਲਾਂ ਬਦੀ ਨੇਕੀ ਤੇ ਜਿੱਤ ਪ੍ਰਾਪਤ ਕਰ ਲੈਂਦੀ ਹੈ, ਪਰ ਅੰਤ ਵਿੱਚ ਜਿੱਤ ਨੇਕੀ ਦੀ ਹੀ ਹੁੰਦੀ ਹੈ। ਇਸ ਵਾਰ ਵਿੱਚ ਦਾਨਵ ਬਦੀ ਤੇ ਅਧਰਮ ਦੇ ਪ੍ਰਤੀਕ ਹਨ, ਦੇਵਤੇ ਨੇਕੀ ਤੇ ਧਰਮ ਦੇ। ਇਸ ਰਚਨਾ ਵਿੱਚ ਗੁਰੂ ਜੀ ਨੇ ਵਿਅਕਤਿਤਵ ਦਾ ਪ੍ਰਬਲ ਰੂਪ ਵਿਦਮਾਨ ਕੀਤਾ ਹੈ। ਉਹ ਚਾਹੁੰਦੇ ਸਨ ਕਿ ਸਮੁੱਚਾ ਪੰਜਾਬੀ ਵਰਗ ਜ਼ਾਲਮ ਹਕੂਮਤ ਤੇ ਜ਼ਬਰ ਵਿਰੁੱਧ ਚੰਡੀ ਦੀ ਤਰ੍ਹਾਂ ਤਲਵਾਰ ਫੜ ਕੇ ਵਿਚਰੇ, ਤਾਂ ਜੋ ਉਸ ਸਮੇਂ ਦੀ ਕਹਿਰਵਾਨ, ਨਿਰਦਈ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੁੱਟੀਆਂ ਜਾ ਸਕਣ। ਉਪਰੋਕਤ ਚਰਚਾ ਤੋਂ ਬਾਅਦ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਗੁਰੂ ਜੀ ਦਾ ਇਹ ਵਾਰ ਲਿਖਣ ਦਾ ਉਦੇਸ਼ ਜਿੱਥੇ ਪੰਜਾਬੀਆਂ ਨੂੰ ਪਰਮਾਤਮਾ ਦੀ ਸ਼ਕਤੀ ਤੋਂ ਜਾਣੂ ਕਰਵਾਉਣਾ ਹੈ, ਉੱਥੇ ਉਹਨਾਂ ਦੀ ਅਣਖ ਨੂੰ ਟੁੰਬਣਾ ਵੀ ਹੈ, ਤਾਂ ਜੋ ਉਹ ਜ਼ੁਲਮ ਖਿਲਾਫ ਆਪਣੀ ਆਵਾਜ਼ ਉਠਾ ਸਕਣ ਅਤੇ ਆਪਣੇ ਅਨੁਯਾਈਆਂ ਵਿੱਚ ਵੀਰਤਾ ਭਰਨਾ, ਉਹਨਾਂ ਨੂੰ ਬਦੀ ਦੇ ਵਿਰੁੱਧ ਉਕਸਾਉਣਾ ਤੇ ਅਕਾਲ ਪੁਰਖ ਦੀ ਸ਼ਕਤੀ ਵਿੱਚ ਦ੍ਰਿੜ ਵਿਸ਼ਵਾਸ ਕਰਾਉਣਾ। ਦੁਰਗਾ ਨੂੰ ਚੰਡੀ ਦੇ ਰੂਪ ਵਿੱਚ ਨਾਇਕਾ ਬਣਾ ਕੇ ਇਸਤਰੀਆਂ ਵਿੱਚ ਜਾਗਰਤੀ ਲਿਆਉਣਾ ਤੇ ਉਹਨਾਂ ਦੇ ਸਤਿਕਾਰ ਨੂੰ ਵਧਾਉਣਾ ਹੈ। ਇਹ ਸਵਾਲ ਇੱਥੇ ਹੀ ਖਤਮ ਹੁੰਦਾ ਹੈ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸ਼ੁਕਰੀਆ।